ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਨਿਹਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਝੀ ਹੋਈ। ਨਿਹਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਝੀ ਹੋਈ। ਹਰ ਰਸ ਭੀਨੇ ਸਦਾ ਧਿਆਇਨ, ਗੁਰਮੁਤ ਸੀਲ ਸਨਾਹੇ। ਅੰਦਰ ਰੰਗ ਸਦਾ ਸਚਿਆਰਾ, ਗੁਰ ਕੈ ਸ਼ਬਦ ਹਰ ਨਾਮ ਪਿਆਰਾ। ਨੌ ਨਿਧ ਨਾਮ ਵਸਿਆ ਘਟ ਅੰਤਰ, ਛੋੜਿਆ ਮਾਇਆ ਕਾ ਲਾਹੇ।
ਰਈਅਤ ਰਾਜੇ ਧੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨ ਕੋਈ। ਏਕ ਧਿਆਇਨ ਸਦਾ ਸੁਖ ਪਾਇਨ, ਨਿਹਚਲ ਰਾਜ ਤਿਨਾਹਾ ਹੈ। ਆਵਣ ਜਾਣਾ ਰਖੈ ਨ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹਾ ਹੈ। ਆਵਣ ਜਾਣਾ ਰਖੈ ਨ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਨਿਹਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਝੀ ਹੋਈ। ਮਾਰੂ ਰਾਗ ਦੇ ਵਿੱਚ
तीसरे पातशाह भले अमरदास गुण तेरे, तेरी उपमा तोहे बन आवै। धन धन साहिब श्री गुरु अमरदास पातशाह महाराज साडे उत्ते बख्शिश कर रहे हैं। ये पावन शब्द सतगुरां दे पावन अंक 1057 तो प्रारंभ हुंदा है ते 1058 ते इस पावन शब्द की समाप्ति है। पावन शब्द दे विच गुरु साहबान जी उस परमेश्वर नूं सर्वग सर्वशक्तिमान दसदे ने ते सतगुरु ये समझाउंदे ने, कहंदे भाई परमेश्वर अचल है, चलाएवान नहीं है। जिन्ना आपां संसार देखते हैं, दृष्टमान है सगल मथेना। सारा संसार 84 लाख जूना परमात्मा ने पैदा कीतियां ने। ये संसार विच शरीर धारण करके आउंदे ते संसार तो फिर कूच करते हैं। जिहड़ा जन्मिया उन्हें एक दिन मरना है, पर परमात्मा सदीवी रहन वाला, एक सां बिरती वाला है, वो कदे भी खत्म होने वाला नहीं है। ते सतगुरु महाराज वचन करते, कहते परमात्मा कैसा है, कहते ओ वाहिगुरु निश्चल एक। निश्चल जिहड़ा अचल रहन वाला, सदीवी रहन वाला है, सदा सच सोई। ते जिहड़ा सदा ही सच है वो वाहिगुरु बिल्कुल झूठा नहीं है। जिस संसार नूं आपां वास्तव विच सत मन्नी फिरदे हां, ते असल विच ये संसार एक खेड है परमात्मा की सिरजी हुई। अज नहीं तां कल खेड जिहड़ी है समाप्त हुंदी है। संसार दे विच मनुख अनेकां प्रकार दीयां खेडां खेडदा। कोई राजनीति की खेड खेडदा, कई जीव ऐसे ने जिहड़े धर्म का सहारा लैके धर्म के नां ते खेडां खेडदे ने। समाजिक तौर पर खेडां खेडियां जांदियां ने। ते इस तरह गुरु संसार च विचरदियां होइयां बचपन दे विच बच्चे अनेकां प्रकार दीयां खेडां खेडदे ने। भर जवानी विच खेडां खेडियां जांदियां ने। खेड की शुरुआत होई ते खेड फिर समाप्त हो गई। जो खेड की शुरुआत हुई, खेड समाप्त हो गई। तो इस तरह ही सतगुरु कहते जिहड़ा जीवन है, मनुखा जन्म तैनू मिलिया, जदों तेरा जन्म होया ना संसार च आउणा होया, उदों संसारक खेड की शुरुआत हो गई। तू खेडण लग पिया। पहला माँ की गोद च खेडिया, फिर गोडियां भार रुड़न लग पिया, ये भी खेड है। फिर तू तुरन लग पिया, खेडिया, जवान हो गया, भर जवानी विच आ गया, विद्या प्राप्त कर ली, तेरी शादी हो गई, बच्चियां वाला बन गया, ये भी खेड है। कहते इस तरह खेड खेडदा रहा, अखीर ते फिर जिहड़ी खेड है समाप्त हो गई। आपां कहते फलाना जीव चढ़ाई कर गया, फलाने की मौत हो गई। पर गुरु साहबान जी कहते है खेड सी सारी। शुरुआत हुई खेड की ते खेड समाप्त हो गई। पर परमात्मा जिहड़ा उहदी खेड बनाई हुई है, वो खेड रहा है, तो वो कदे भी समाप्त होने वाला नहीं है। जिहड़ा सानू खिडा रहा वो नहीं समाप्त हो रहा। कलगियां वाले पातशाह महाराज ने आख दिता, कहते मैं हूँ परम पुरख को दासा, देखण आयो जग तमाशा।
सतगुरु कहते ये जगत की है, तमाशा है। अकाल पुरख का मैं सेवक हाँ ते संसार विच आया काहदे लई? जगत के तमाशे नूं देखण वा। जो अकाल पुरख ने ये तमाशा सिरजिया होया है। ते जगत की रचना एक वाहिगुरू की बनाई हुई खेड है। इहदे विच आपां खेड रहे हैं। ताइयों गुरु साहिबान जी कहते जग रचना सब झूठ है, जान लेहो रे मीत, कह नानक थिर ना रहे, ज्यों बालू की भीत। जिवें रेते वाली कंध थिर नहीं रह सकती है, इस तरह जगत भी स्थिर नहीं रह सकता है। तो गुरु पातशाह कहते ने जिहड़ा एक परमात्मा है वो निश्चल अचल है, चलाएवान नहीं है, सदीवी रहन वाला, सदा लई है। वो सच्चा है, बाकी सारा संसार झूठा है। कहते ऐसे मालक दे बाबत किवें पता लगता है? कहते पूरे गुर ते सोझी होई। गुरु अमरदास पातशाह कहते हैं कि जो पूरे गुरु दे लड़ लगांगे ना, तो पूरे गुरु ने फिर ये ज्ञात कराना कि सिखा संसार एक खेड है, परमात्मा सदीवी है, आपां सारे जम्मण मरण दे विच ने। कहते इस गल की सोझी पूरे गुरु दे लड़ लग के आनी है। इस करके गुरु वाले बनना जरूरी है। जैतसरी दी वार दे विच धन गुरु अर्जन दे महाराज पूरे गुरु की महिमा वडियाई नूं कथन करते ने। सतगुरु नूं पुछया कि गुरु की है? गुरु अर्जन दे महाराज नूं पुछया गया कि गुरु की है? ते सतगुरु महाराज कहन लगे, गुर नारायण दयो गुर, गुर सच्चा सिरजनहार। गुरु नारायण है, क्योंकि गुर परमेश्वर एक है, सब मैरिया समाए। परमेश्वर दे विच ते गुरु विच कोई फर्क नहीं है। परमेश्वर निर्गुण स्वरूप है ते गुरु उसे परमेश्वर का सरगुण स्वरूप है, बस फर्क यही है। इस करके सतगुरु है गुर नारायण। गुरु की है? नारायण है। दयो गुर, गुरु दया करन वाला, ते गुरु सच्चा सिरजनहार। गुरु ही वो अकाल पुरख है जिहड़ा सारे संसार की सिरजना करता है, जिन्हें सृष्टि रचना की है। गुर तुठै सब कुछ पाया। जो गुरु तुरठ जाता, मेहर दे घर विच आ जाता है, तो गुरु की कृपा दे नाल सब कुछ प्राप्त हो जाता है। गुर तुठै सब कुछ पाया, जन नानक सद बलिहार। नानक गुरु जन नानक जी उच्चारण करते ने, कहते मैं ऐसे गुरु तो सद बलिहार, सदीवी काली बलिहार जाता हाँ, सदके जाता हाँ। किड्डा डाढ़ा गुरु। गुरु ऐसा है जिन्हें बड़े बड़ियां दी जिहड़ी है मन च शंके पैदा होए, उन्हां दी जिहड़ियां शंकावां सतगुरु ने निवृत्त कीतियां ने। धन गुरु तेग बहादुर पातशाह महाराज आनंदपुर साहिब की धरती ते विराजमान ने। सतगुरां दी हजूरी दे विच बहुत सारे सिख चल के, संगतां चल के आउंदियां ने। जे सिख संगतां चल के आंदियां, उत्थे जिहड़े हिंदू ने, हिंदुआं दे जिहड़े बड़े पंडित इत्यादक ने, जाणा दे ऋषि मुनि ने, वो भी चल के आउंदे ने। मुसलमान मजहब दे विच जिहड़े मुसलमान तबके दे नाल संबंधित ने, वो पीर फकीर भी सतगुरु महाराज की हजूरी चल के आउंदे हन। जिहो जिहा सवाल सतगुरु नूं करदे ने, उहदे मुताबिक पातशाह जी नूं उत्तर दिंदे हन, शंका निवृत्त करते हैं। पीर साईं मियाँ मीर जी जो
ਪੰਜਵੇਂ ਗੁਰ ਦੇ ਮਹਾਰਾਜ ਦੇ ਅਨਨ ਮਿੱਤਰ ਸਨ। ਸ਼ਰਧਾਲੂ ਸੀ, ਪਾਤਸ਼ਾਹ ਦੇ ਮਿੱਤਰ ਵੀ ਸਨ, ਜਿਨ੍ਹਾਂ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਬੜਾ ਪਿਆਰ ਸੀ। ਸਤਿਗੁਰ ਨੂੰ ਨਿਰੰਕਾਰ ਮੰਨਦੇ ਸਨ, ਸਤਿਕਾਰ ਕਰਦੇ ਸੀ। ਤੇ ਕਈ ਵਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਚਪਨ ਦੇ ਵਿੱਚ ਹੀ ਸਤਿਗੁਰੂ ਜੀ ਨੇ ਪੀਰ ਸਾਈਂ ਮੀਆਂ ਮੀਰ ਜੀ ਦੇ ਦਰਸ਼ਨ ਦੀਦਾਰੇ ਕੀਤੇ ਸਨ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਪੀਰ ਸਾਈਂ ਮੀਆਂ ਮੀਰ ਜੀ ਆਉਂਦੇ ਸੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਛੋਟੇ ਸਨ। ਸਾਈਂ ਜੀ ਫਿਰ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਦੇਖਦੇ ਸੀ ਤੇ ਅੱਗੇ ਇਹਨਾਂ ਦਾ ਇੱਕ ਚੇਲਾ ਹੋਇਆ, ਵੱਡਾ ਚੇਲਾ, ਜਿਹਦਾ ਨਾਮ ਹੈ ਮੀਰ ਸ਼ਾਹ। ਪੀਰ ਸਾਈਂ ਮੀਆਂ ਮੀਰ ਦਾ ਇੱਕ ਚੇਲਾ ਜਿਹਦਾ ਨਾਮ ਮੀਰ ਸ਼ਾਹ। ਕਹਿੰਦੇ ਨੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਗਿਆ। ਆ ਕੇ ਨੇ ਸਤਿਗੁਰੂ ਨੂੰ ਸਜਦਾ ਕੀਤਾ, ਨਮਸਕਾਰ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜਾ ਸਤਿਕਾਰ ਕੀਤਾ, ਕੋਲ ਬਿਠਾਇਆ। ਜਦੋਂ ਕੋਲ ਬੈਠ ਗਿਆ ਫਿਰ ਸਮਾਂ ਪਾ ਕੇ ਇਹਨੇ ਦੋਨੋਂ ਹੱਥ ਜੋੜ ਕੇ ਕੁਝ ਕੁ ਸਵਾਲ ਸਤਿਗੁਰਾਂ ਨੂੰ ਕੀਤੇ ਨੇ ਤੇ ਉਹਨਾਂ ਸਵਾਲਾਂ ਦਾ ਪਾਤਸ਼ਾਹ ਨੇ ਉੱਤਰ ਦੇਣਾ ਕੀਤਾ। ਪਹਿਲਾ ਸਵਾਲ ਇਹਨਾਂ ਕੀਤਾ ਕਿ ਸੱਚੇ ਪਾਤਸ਼ਾਹ, ਆਪ ਜੀ ਮੇਰੇ 'ਤੇ ਕਿਰਪਾ ਕਰੋ ਕਿ ਮੈਂ ਨਿਤਾ ਪ੍ਰਤੀ ਉਸ ਖੁਦਾ ਦੇ ਚਰਨਾਂ ਦੇ ਵਿੱਚ ਕੀਤੇ ਗੁਨਾਹਾਂ ਦੀ ਮਾਫੀ ਮੰਗਦਾ ਹਾਂ। ਮੈਂ ਬਾਰ-ਬਾਰ ਪਛਤਾਪ ਕਰਦਾ ਕਿ ਪ੍ਰਮਾਤਮਾ ਹੈ ਖੁਦਾ, ਮੇਰੇ 'ਤੇ ਜਾਣੇ ਅਣਜਾਣੇ ਦੇ ਵਿੱਚ ਬੜੇ ਮਾੜੇ ਕਰਮ ਹੋਏ ਹੋਣਗੇ। ਆਪ ਜੀ ਮੈਨੂੰ ਬਖਸ਼ਣਾ ਕਰੋ। ਤੇ ਕਹਿਣ ਲੱਗਿਆ, ਪਾਤਸ਼ਾਹ ਮੈਂ ਅਰਜ਼ੋਈ ਤਾਂ ਕਰਦਾ, ਦੁਆ ਤਾਂ ਕਰਦਾ ਹਾਂ, ਪਰ ਮੇਰੇ ਅੰਦਰ ਫਿਰ ਵੀ ਡਰ ਬਣਿਆ ਰਹਿੰਦਾ ਹੈ, ਸਹਿਮ ਬਣਿਆ ਰਹਿੰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉੱਤਰ ਦੇਣਾ ਕੀਤਾ। ਕਹਿਣ ਲੱਗੇ, ਐ ਮੀਰ ਸ਼ਾਹ ਫਕੀਰ ਪੀਰ, ਤੂੰ ਬੇਨਤੀਆਂ ਜ਼ਰੂਰ ਕਰਦਾ, ਖੁਦਾ ਦੇ ਚਰਨਾਂ ਦੁਆ ਜ਼ਰੂਰ ਕਰਦਾ ਹੈ, ਡਰ ਕਿੱਥੇ ਬੈਠਾ? ਕਹਿਣ ਲੱਗਿਆ, ਮੇਰੇ ਜੀੜੇ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਦੋਂ ਤੱਕ ਹਿਰਦੇ ਕਰਕੇ ਤੂੰ ਖੁਦਾ ਦੇ ਚਰਨਾਂ 'ਚ ਦੁਆ ਨਹੀਂ ਕਰਦਾ, ਉਦੋਂ ਤੱਕ ਤੇਰੇ ਅੰਦਰੋਂ ਡਰ ਖਤਮ ਹੀ ਨਹੀਂ ਹੋਣਾ ਹੈ। ਜਦੋਂ ਇੱਥੋਂ ਅਰਦਾਸ ਕਰ ਦਿੱਤੀ, ਇੱਥੋਂ ਦੁਆ ਕਰ ਦਿੱਤੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਤੇ ਸਤਿਗੁਰੂ ਕਹਿੰਦੇ ਫਿਰ ਇੱਕ ਵਾਰੀ ਬੇਨਤੀ ਕਰਨ ਦੀ ਲੋੜ ਹੈ ਕਿ ਖੁਦਾ ਮੇਰੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼। ਤੇ ਖੁਦਾ ਨੇ ਰਹਿਮਤ ਕਰਨੀ, ਕਿਰਪਾ ਕਰਨੀ ਹੈ, ਤੇ ਫਿਰ ਤੇਰੇ ਅੰਦਰੋਂ ਹਿਰਦੇ ਵਿੱਚੋਂ ਡਰ ਖੌਫ ਆਪਣੇ ਆਪ ਹੀ ਖਤਮ ਹੋ ਜਾਣਾ ਹੈ। ਬੇਨਤੀਆਂ ਤਾਂ ਕਰ ਰਿਹਾ, ਪਰ ਬੇਨਤੀ ਅੰਦਰੋਂ ਨਹੀਂ ਕਰ ਰਿਹਾ, ਅੰਦਰੋਂ ਬੇਨਤੀ ਕਰ। ਤੇ ਦੂਜਾ ਸਵਾਲ ਕੀਤਾ ਕਿ ਪਾਤਸ਼ਾਹ, ਮਜ਼ਹਬ ਕੀ ਹੈ? ਮਜ਼ਹਬ ਆਪਾਂ ਕਹਿੰਦੇ ਧਰਮ, ਜਿਹੜਾ ਉਹ ਧਰਮ ਜਿਵੇਂ ਆਪਾਂ ਗੁਰਬਾਣੀ ਵਿੱਚ ਪਾਤਸ਼ਾਹ ਨੇ ਕਹਿ ਦਿੱਤਾ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਊਤਮ ਕਰਮ। ਕਿ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਉਹ ਹੈ ਜਿਹਦੇ 'ਚ ਹਰੀ ਪਰਮਾਤਮਾ ਦਾ ਨਾਮ ਜਪਿਆ ਜਾਵੇ, ਇਹ ਸਭ ਤੋਂ ਉੱਤਮ ਕਰਮ ਹੈ। ਜਿੱਥੇ ਨਾਮ ਹੈ ਉਹ ਧਰਮ ਪ੍ਰਵਾਨ ਹੈ ਪਰਮਾਤਮਾ ਦਰ 'ਤੇ। ਮਜ਼ਹਬ ਕੀ ਹੈ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਜ਼ਹਬ ਇੱਕ ਮਾਰਗ ਹੈ, ਰਸਤਾ ਹੈ
जिस रास्ते ते चल के अपनी मंजिल तक पहुँचया जा सके। सतगुरु जी कहन लगे ਉਹ ਮਜ਼ਹਬ ਚੰਗਾ ਜਿਸ ਮਜ਼ਹਬ ਦੇ ਵਿੱਚੋਂ ਤੁਰ ਕੇ ਕਹਿੰਦੇ ਖੁਦਾ ਨਾਲ ਮਿਲਾਪ ਹੋ ਜਾਵੇ, ਖੁਦਾ ਤੱਕ ਸਾਡੀ ਪਹੁੰਚ ਹੋ ਜਾਵੇ, ਸਾਡੀ ਨਿਗਾਹ ਵਿੱਚ ਉਹ ਮਜ਼ਹਬ ਪ੍ਰਵਾਨ ਹੈ। ਕਹਿੰਦੇ ਇਹੋ ਜਿਹਾ ਮਜ਼ਹਬ ਧਾਰਨਾ ਚਾਹੀਦਾ ਹੈ। ਤੇ ਜਿਉਂ-ਜਿਉਂ ਸਵਾਲ ਕਰਦਾ ਤੇ ਪਾਤਸ਼ਾਹ ਜੀ ਇਹਦੀ ਸ਼ੰਕਾ ਨਿਵਰਤ ਕਰਦੇ ਜਾ ਰਹੇ ਨੇ। ਤੇ ਤੀਜਾ ਸਵਾਲ ਸਤਿਗੁਰੂ ਮਹਾਰਾਜ ਨੂੰ ਕਰ ਲਿਆ। ਕਹਿਣ ਲੱਗਿਆ ਪਾਤਸ਼ਾਹ ਇਹ ਕਿਰਪਾ ਕਰੋ, ਇਹ ਦੱਸੋ ਕਿ ਪ੍ਰੇਮ ਕੀ ਹੈ। ਪ੍ਰੇਮ ਗੁਰੂ ਸਾਹਿਬਾਨ ਜੀ ਨੇ ਉੱਤਰ ਦੇਣਾ ਕੀਤਾ ਕਿ ਪ੍ਰੇਮ ਜਿਵੇਂ ਭੱਠੀ ਦੇ ਵਿੱਚ ਤਪਾਇਆ ਜਾਵੇ ਨਾ, ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਸਰੀਰ ਨੂੰ ਉਬਾਲ ਦੇ ਦੇਗੇ ਵਿੱਚ ਉਬਾਲ ਦਿੱਤਾ ਜਾਵੇ, ਅੱਗ ਸਾੜ ਦਵੇ। ਸਤਿਗੁਰੂ ਕਹਿੰਦੇ ਨੇ ਪਿਆਰੇ ਨਾਲ ਫਿਰ ਵੀ ਜਿਹੜਾ ਸਨੇਹ ਖਤਮ ਨਾ ਹੋਵੇ, ਕਹਿੰਦੇ ਪਿਆਰੇ ਦੀ ਜਿਹੜੀ ਯਾਦ ਫਿਰ ਵੀ ਮਨ ਵਿੱਚੋਂ ਨਾ ਮੁੱਕੇ, ਕਹਿੰਦੇ ਉਹਨੂੰ ਕਹਿੰਦੇ ਨੇ ਪ੍ਰੇਮ। ਸਤਿਗੁਰੂ ਕਹਿਣ ਲੱਗੇ ਆਪਣੇ ਆਪ ਨੂੰ ਪ੍ਰੇਮ ਰੂਪੀ ਭੱਠੀ ਵਿੱਚ ਤਪਾਉਣਾ ਕਰ। ਜੋ ਪ੍ਰੇਮ ਰੂਪੀ ਭੱਠੀ ਵਿੱਚ ਤੂੰ ਤਪਾਵੇਗਾ, ਕਿ ਜਿਉਂ-ਜਿਉਂ ਪ੍ਰੇਮ ਰੂਪੀ ਭੱਠੀ ਤਪਦਾ ਜਾਵੇਗਾ, ਤਿਉਂ-ਤਿਉਂ ਤੇਰੀ ਉਸ ਖੁਦਾ ਦੇ ਨਾਲ ਨੇੜਤਾ ਜਿਹੜੀ ਹੈ ਉਹ ਦਿਨੋਂ ਦਿਨ ਬਣਦੀ ਜਾਵੇਗੀ। ਜਦੋਂ ਹੁਣ ਇਸ ਮੀਰ ਸ਼ਾਹ ਜਿਹੜਾ ਪਿਛਾਈ ਮੀਆਂ ਮੀਰ ਜੀ ਦਾ ਚੇਲਾ ਸੀ, ਇਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸੋਂ ਇਹ ਬਚਨ ਸੁਣੇ, ਬੜਾ ਪ੍ਰਭਾਵਿਤ ਹੋਇਆ। ਸਤਿਗੁਰੂ ਮਹਾਰਾਜ ਨੂੰ ਸਜਦਾ ਕੀਤਾ। ਕਹਿਣ ਲੱਗਿਆ ਪਾਤਸ਼ਾਹ ਇੰਨਾ ਸਮਾਂ ਹੋ ਗਿਆ ਇਬਾਦਤ ਕਰਦਿਆਂ ਨੂੰ, ਬੜੇ ਮੈਂ ਮੰਤਰਾਂ ਦਾ ਜਾਪ ਕੀਤਾ, ਮੰਤਰ ਸਿੱਧ ਕੀਤੇ, ਤਾਂ ਕਿ ਜਿਹੜੇ ਮੇਰੇ ਇਹ ਸਵਾਲ ਨੇ ਮੈਨੂੰ ਸਵਾਲਾਂ ਦਾ ਉੱਤਰ ਮਿਲ ਜਾਵੇ। ਪਰ ਪਾਤਸ਼ਾਹ ਕੋਈ ਡਾਢਾ ਨਹੀਂ ਮਿਲਿਆ। ਅੱਜ ਤੱਕ ਮੈਂ ਕਈਆਂ ਨੂੰ ਸਵਾਲ ਕੀਤੇ, ਮੈਨੂੰ ਉੱਤਰ ਤਾਂ ਦਿੱਤੇ ਨੇ, ਪਰ ਪਾਤਸ਼ਾਹ ਜਿਸ ਤਰੀਕੇ ਨਾਲ ਉੱਤਰ ਤੁਸੀਂ ਦਿੱਤਾ ਏ, ਜਿਸ ਤਰੀਕੇ ਨਾਲ ਆਪ ਜੀ ਨੇ ਮੈਨੂੰ ਸਮਝਾਉਣਾ ਕੀਤਾ ਏ, ਇਸ ਤਰ੍ਹਾਂ ਪਹਿਲਾਂ ਕਿਸੇ ਨੇ ਨਹੀਂ ਸਮਝਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਜਦਾ ਕਰਕੇ ਫਿਰ ਗੁਰੂ ਸਵਾਰੇ ਇਹ ਵਾਪਸ ਗਿਆ ਸੀ। ਸੋ ਕਹਿਣ ਦਾ ਭਾਵ ਹੈ ਗੁਰੂ ਐਸਾ ਹੈ ਜਿਹੜਾ ਗੁਰੂ ਜੀਵ ਦੀਆਂ ਸ਼ੰਕਾਵਾਂ ਨੂੰ ਨਿਵਰਤ ਕਰਨ ਵਾਲਾ, ਗੁਰੂ ਕਰਾਹੇ ਪੇ ਨੂੰ ਰਾਹ ਪਾਉਣ ਵਾਲਾ ਹੈ, ਤੇ ਗੁਰੂ ਸਾਨੂੰ ਮੰਜ਼ਿਲ ਤੱਕ ਪਹੁੰਚਾਉਣ ਵਾਲਾ ਹੈ। ਤੇ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਦੇ ਬਾਬਤ ਸੋਝੀ ਕਿੱਥੋਂ ਹੁੰਦੀ ਹੈ? ਪੂਰੇ ਗੁਰ ਤੇ ਸੋਝੀ ਹੋਈ। ਉਹ ਪੂਰੇ ਗੁਰੂ ਦੇ ਲੜ ਲੱਗਾਂਗੇ, ਪੂਰੇ ਗੁਰੂ ਪਾਸੋਂ ਹੀ ਕਹਿੰਦੇ ਭਾਈ ਇਹ ਸੋਝੀ ਹੋਣੀ ਹੈ, ਇਹ ਗਿਆਨ ਪ੍ਰਾਪਤ ਹੋਣਾ ਹੈ। ਹਰ ਰਸ ਭੀਨੇ ਸਦਾ ਧਿਆਇਨ, ਗੁਰਮਤਿ ਸੀਲ ਸਨਾਹਾ ਹੈ। ਹਰ ਰਸ ਭੀਨੇ ਸਦਾ ਧਿਆਨ, ਜਿਹੜੇ ਸਦੀਵੀ ਕਾਲ ਲਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਉਹ ਫਿਰ ਹਰੀ ਦੇ ਨਾਮ ਵਿੱਚ ਹਰ ਰਸ ਭੀਨੇ ਹਰੀ ਦੇ ਨਾਮ ਵਿੱਚ ਭੇਜ ਜਾਂਦੇ ਹਨ। ਗੁਰਮਤਿ ਸੀਲ ਸਨਾਹਾ ਹੈ, ਗੁਰਮਤਿ ਦੇ ਉਹ ਧਾਰਨੀ ਬਣਦੇ ਹਨ। ਸੀਲ ਦਾ ਅਰਥ ਹੈ ਸੀਲ ਸਨਾਹਾ, ਸਨਾਹਾ ਦਾ ਅਰਥ ਹੈ ਸੰਜੋਗ, ਜਿਹੜਾ ਆਪਣੇ ਉੱਚੇ ਸੁੱਚੇ ਆਚਰਨ ਦੇ ਵਿੱਚ ਰਹਿਣਾ, ਭਾਵ ਜਿਹਨੂੰ ਆਪਾਂ ਕਹਿੰਦੇ ਜਤ ਵਿੱਚ ਕਾਇਮ ਰਹਿਣਾ। ਜਿਵੇਂ ਸਤਿਗੁਰ ਦੀ ਬਾਣੀ ਪੜ੍ਹਦੇ ਨਾ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਬੇਦ ਹਥਿਆਰ। ਹੁਣ ਇੱਥੇ ਜਤ ਦਾ ਅਰਥ ਹੈ ਆਚਰਣ, ਉੱਚਾ ਸੁੱਚਾ ਆਚਰਣ। ਜੀਵਨ ਵਿੱਚ ਵਿਚਰਦਿਆਂ ਹੋਇਆਂ ਕਈ ਆਪਣੇ ਆਚਰਣ ਤੋਂ ਡਿੱਗੇ ਹੁੰਦੇ ਨੇ, ਧਰਮ ਦੇ ਉਲਟ ਕਰਮ ਕਰਨੇ,
पर इस्त्री या पर पुरुष की संगत करनी, अपने इसे ही इस तरह आचरण डिगे होंदे ने, चोरियां करनियां, ठगियां करनियां, जार मार करनी, इहो जे झूठ बोली जाना पल पल दे विच, वो मनुख जिहड़े ने अपने आचरण तो डिगे हुए ने। पर जिन्हां दा आचरण सवे, जिन्हां अपने आचरण नूं सवार लिया, जिन्हां ने गुरु सरे संसार विच खट्टी खट ली, उन्हां नूं दुनिया के लोग रहिंदी दुनिया तक याद करते हैं। फिर वो निरंकार नूं याद करते हैं, तो निरंकार उन्हां दियां यादगारां संसार विच कायम कर दिंदा है। देखो, जदों धन गुरु नानक देव महाराज देख लो, भाई मरदाना जी तकरीबन 50 साल गुरु सरे भाई मरदाना जी नाल रहे ने। ते भाई मरदाना जी जदों हुण गुरु नानक जो भाई मरदाना जी अपने शरीर नूं छड्डण लगे, सतगुरु गुरु नानक साहब महाराज ने आख्या, कहण लगे, भाई मरदाना जी तुसीं हुण पंज भूतक शरीर नूं त्यागना है, तुहाडा समा आ गया। ये दसो भाई साहब जी कि तुहाडे पंज भूतक शरीर दा संस्कार करिए या दफनाइए? भाई मरदाना जी कहन लगे कि पातशाह तुहाडी इच्छा है, मरण तो बाद शरीरिक मिट्टी है, चाहे नूं दफना दिता जावे, चाहे साड़ दिता जावे, कोई फर्क नहीं पैंदा। पर पातशाह जी फिर भी मैं तुहाडे नाल रहा हाँ, तुहाडी संगत कीती है, ते सतगुरु जे तुहानूं पिन पुछ ही लिया, फिर मेरे शरीर का संस्कार कर दिओ जे। ते दूजा वचन गुरु नानक साहब महाराज ने कीता, कहण लगे, भाई मरदाना जी तेरे नाम की इत्थे एक मड़ी तैयार कर दईए, तै शरीर छड्डना है, तेरे मरण तो बाद, जो तेरे शरीर त्यागण तो बाद इत्थे एक मड़ी बना देंगे, इत्थे कबर बना देंगे, लोग आके सजदा करया करनगे, सलामा करया करनगे। ते धन गुरु नानक दे महाराज दे चरणां च भाई मरदाना जी कहण लगे, पातशाह किहो जे वचन करदे हो? सारी उम्र मैनू यही समझाते रहे, उपदेश दिंदे रहे, एक मड़ी विचों मैनू बाहर कढ़ दिता, एक कबर विचों बाहर कढ़ रहे हो, शरीर रूपी कबर चों बाहर कढ़ रहे हो, ते सतगुरु हुण दूजी कबर च पाना चाहुंदे हो? नहीं पातशाह, मैनू नहीं चाहीदियां ये मड़ियां, मैनू तो सतगुरु आप जी के चरणों का प्यार चाहिदा है। भाई मरदानी जी ने वचन कीते। फिर गुरु नानक साहब महाराज कहण लगे, भाई मरदाना तैं उस मालक नूं चेते कीता, साडी संगत कीती है, तू मड़ियां तो कबरां तो उत्ते उठ चुका है। कहण लगे, तैं निरंकार नूं याद कीता, दुनिया दे लोग तैनूं याद करनगे। अज देखो गुरु सवारियो, गुरु नानक दा जीवन पढ़ो, भाई मरदाने दा जिक्र जरूर चलेगा। गुरु नानक दा इतिहास भाई मरदाने जी तो बिना अधूरा है। अगे आपां गल करिए, हर एक गुरु साहबान दे नाल कोई ना कोई सिख जिहड़ा रहा निकट वरती, जिन्हां तो बिना सतगुर दा जीवन की गिणती नहीं हो सकती है। ब्रह्म ज्ञानी बाबा बुढ़ा साहब जी होए ने, जिहड़े हर नाम रस भीने, जिहड़े नाम दे रस भीने भिजे होए ने, उन्होंने गुरु नानक साहब महाराज संगत की। गुरु नानक पातशाह तो लैके 6वें सतगुरु गुरु हरगोबिंद साहब महाराज तक उन्होंने सेवावां कीतियां ने। हुण आपां 6 गुरु साहबान का जीवन लिखण लग जाइए जां पढ़न लग जाइए तो बाबा बुढ़ा साहब का जिक्र जरूर होवेगा। उन्हां तो बिना जिहड़ा जीवन है तो गुरु सवारियो वो सतगुर का जीवन बयान नहीं किया जा सकता है। अगे आइए, गुरु तेग बहादुर साहब महाराज
ਇਤਿਹਾਸ ਦੱਸਦਾ ਹੈ कि सतगुरु गुरु तेग बहादुर साहब महाराज जदों पूर्व के इलाके वाल गए ने, फिर सतगुरु महाराज शहादत का जाम पीने लिए आनंदपुर साहब चले ने, दिल्ली की धरती तक। तो सतगुर के नाल जिहड़े सिख रहे निकटवर्ती सिख सी, जिन्हां ने सतगुर के नाल शहादत का जाम पीना किया, वो सी दीवान मती दास जी, सती दास जी, भाई दयाले जैसे। तो गुरु तेग बहादुर पातशाह जीवन आपां बयान करना होवे ते गुरु तेग बहादुर पातशाह जीवन बयान करन दे लई ते गुरु सवारिओ इन्हां सिखां दा जिक्र भी चलेगा, हर नाम रस भीने। फिर गुरु कलगियां वाले पातशाह महाराज की गल करिए। धन गुरु गोबिंद सिंह महाराज ने जदों अपने जीवन काल च, क्योंकि 42 साल की उम्र पातशाह की बनती कुल आजू, बड़े बड़े कारनामे किए, बड़े बड़े युद्ध करना किए, हर युद्ध में सतगुर जित प्राप्त हुई। पर जदों आपां जिक्र करांगे पातशाह का कि सतगुरु कलगियां वाले पातशाह ने इस तरह गोबिंद राय ते गोबिंद सिंह बने ने, तो सब तो पहला भाई दया सिंह का नाम आवेगा। खंडे बाटे का प्रसंग सुनाना होवे ते दया सिंह तो शुरुआत होवेगी। तो इस तरह ही गुरु सवारे उही भाई दया सिंह ते भाई धर्म सिंह ने जिहड़े भात गुरु कलगियां वाले पातशाह महाराज दे नाल आनंदपुर साहब तो नाल चले ने ते हजूर साहब तक गए ने। किड्डी वड्डी कुरबानी। कहण दा भाव है कि इहो जे सिख जिहड़े ने पात्र बन जाते हैं, जिवें सतगुर का जीवन आपां लिखना जां पढ़ना है तो इन्हां दा जीवन नाल सुनाना पवेगा कि फलाणे फलाणे सिख नाल सी। ते भाई मरदाना भी यही कहण लगे कि पातशाह मड़ियां चो एक मड़ी चो कढ़ रहे हो, एक कबर चो कढ़ रहे हो तो दूजी कबर बनाना चाहुंदे हो। सतगुरु जी मैनू तो अपने चरणों में रखना करो, बस मैनू होर कुछ नहीं चाहिदा। तो पातशाह जी ने उत्तर देना कीता, कहन लगे भाई मरदाना जी तुसी निरंकार नूं याद कीता है ते निरंकार ने तेरे उत्ते बख्शिश करनी है ते दुनिया के लोग तैनूं याद करनगे। अज भाई मरदाने नूं आपां याद करदे हैं। इत्थों तक भाई साहब भाई गुरदास जी ने आख दिता कि एक बाबा अकाल रूप दूजा रबाबी मरदाना। एक धन गुरु नानक दे महाराज अकाल पुरख सन, अकाल दा रूप, ते नाल भाई मरदाना जी। सो ये ने जिहड़े नाम रस च भिन्ने हुए ने, ते सतगुरु कहंदे ने जिहड़े हरि दे नाम रस भिन्ने हुए हन उन्होंने फिर वो सदीवी काल लई हरि दे नाम नूं ध्यानदे हन। गुरमत दे वो धारणी हन। सील उच्चा आचरण सनाहा है, कहते उच्चा सुच्चा आचरण रखना। मानो ये सील रूपी उन्होंने सनाहा जिहड़ा गुरु संजो पहनिया होया है। जिवें संजो पहनण दे नाल जदों गुरु सवारे मैदाने जंग दे विच मुकाबला हुंदा है, जरनैल आमो सामने हुंदे ने ते जरनैलां ने अपने शरीर उत्ते एक लोह जिहड़ा कवच पहनिया हुंदा है, उस लोह कवच नूं आखिया जांदा संजो, जिहदे नाल जदों दुश्मन वार करदा ते इह संजो उस वार नूं रोकदा है। ते सतगुरु महाराज कहंदे ने जदों इसे तरह जिहड़ा जीव नाम बाणी दा अभ्यास करदा उच्चे सुच्चे आचरण वाला बन जाता है। विकारां जिहड़े विकार रूप जिहड़े बैरी ने जो हमला करन दी कोशिश करते हैं, ये उच्चा सुच्चा आचरण संजोग ही न्याय उन्हां दी रखिया करदा, उन्हां दा वार सारा खाली चलिया जाता है। अंदर रंग सदा सचियारा, गुर कै शब्द हर नाम प्यारा। गुरु पातशाह जी बख्शिश करते ने, कहते जिन्हां दे अंदर रंग, जिन्हां दे अंदर रंग प्रेम है,
ਜਿਨ੍ਹਾਂ ਦਾ ਨਾਮ ਰੰਗ 'ਚ ਨਾਮ ਮਨ ਨੰਗਿਆ ਗਿਆ। ਕਹਿੰਦੇ ਉਹ ਫਿਰ ਸਦਾ ਸਚਿਆਰਾ, ਸਦੀਵੀ ਕਾਲੀ ਸਚਿਆਰ ਹਨ। ਉਹ ਸਦੀਵੀ ਕਾਲੀ ਸਚਿਆਰ ਬਣ ਜਾਂਦੇ ਨੇ, ਕਿਉਂਕਿ ਗੁਰ ਕੈ ਸ਼ਬਦ ਹਰ ਨਾਮ ਪਿਆਰਾ। ਉਹ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਹਨ। ਗੁਰੂ ਦਾ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਉਹਨਾਂ ਦੇ ਅੰਦਰ ਇੱਕ ਤੀਵਰ ਇੱਛਾ ਪੈਦਾ ਹੁੰਦੀ ਹੈ, ਜਿਹਦੇ ਰਾਹੀਂ ਫਿਰ ਉਹਨਾਂ ਨੂੰ ਹਰੀ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਪਿਆਰਾ ਲੱਗਦਾ ਹੈ, ਅਤੇ ਹਰ ਸਮੇਂ ਉਹ ਸਾਸ ਗ੍ਰਾਸ ਦੁਆਰਾ ਹਰੀ ਦਾ ਨਾਮ ਜਪਦੇ ਹਨ। ਨੌ ਨਿਧ ਨਾਮ ਵਸਿਆ ਘਟ ਅੰਤਰ, ਛੋੜਿਆ ਮਾਇਆ ਕਾ ਲਾਹਾ ਹੈ। ਸਤਿਗੁਰੂ ਮਹਾਰਾਜ ਫਰਮਾਨ ਕਰਦੇ ਹਨ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਨੌ ਨਿਧੀਆਂ ਦਾ ਖਜ਼ਾਨਾ ਜਿਹੜਾ ਪਰਮਾਤਮਾ ਦਾ ਨਾਮ ਹੈ, ਕਹਿੰਦੇ ਇਹ ਘਟ ਅੰਤਰ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਜਦੋਂ ਨਾਮ ਵਸ ਗਿਆ, ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੁੰਦਾ, ਫਿਰ ਉਹ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਛੋੜਿਆ ਮਾਇਆ ਕਾ ਲਾਹਾ ਹੈ। ਉਹ ਮਾਇਆ ਦਾ ਲਾਹਾ ਲੈਣਾ ਛੱਡ ਦਿੰਦੇ ਨੇ ਅਤੇ ਕੇਵਲ ਪਰਮਾਤਮਾ ਦੇ ਨਾਮ ਦਾ ਲਾਹਾ ਲੈਂਦੇ ਨੇ ਕਿ ਇਹੀ ਲਾਹਾ ਜਿਹੜਾ ਵਾਹਿਗੁਰੂ ਦਾ ਨਾਮ ਜਪਣਾ, ਸੇਵਾ ਸਿਮਰਨ ਕਰਨੀ ਹੈ, ਇਹੀ ਸਾਡੇ ਨਾਲ ਨਿਭਣ ਵਾਲਾ ਹੈ। ਅਤੇ ਅੱਠੇ ਪਹਿਰ ਗੁਰੂ ਸਾਰੇ ਫਿਰ ਸਾਸ ਗ੍ਰਾਸ ਦੁਆਰਾ ਉਸ ਮਾਲਕ ਦਾ ਨਾਮ ਜਪਦੇ ਹਨ। ਅਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਇਹਾਂ ਖਾੜ ਚਲੋ ਹਰ ਲਾਹਾ, ਆਗੈ ਬਸਣ ਸਹੇਲਾ। ਅਤੇ ਪਾਤਸ਼ਾਹ ਕਹਿੰਦੇ ਮਾਇਆ ਵੱਲੋਂ ਉਪਰਾਮ ਹੋ ਜਾਂਦੇ ਨੇ ਅਤੇ ਹਰ ਸਮੇਂ ਹਰੀ ਪਰਮਾਤਮਾ ਦਾ ਉਹ ਨਾਮ ਜਪਦੇ ਹਨ। ਰਈਅਤ ਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨ ਹੋਈ। ਹੁਣ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਬਚਨ ਕਰਦੇ ਨੇ, ਰਈਅਤ ਰਾਜੇ, ਰਿਆਸਤ ਵਾਲੇ, ਵੱਡੇ ਵੱਡੇ ਰਾਜੇ ਮਹਾਰਾਜੇ ਬਾਦਸ਼ਾਹ ਇਤਿਆਦਿਕ, ਕਹਿੰਦੇ ਇਹ ਇਹਨਾਂ ਦੀ ਹਾਲਤ ਕਿਹੋ ਜਿਹੀ ਹੈ? ਮਾਇਆ ਦੇ ਵਿੱਚ ਗਲਤਾਨ ਹੋਣ ਕਰਕੇ ਦੁਰਮਤ ਦੋਈ, ਕਹਿੰਦੇ ਦੁਬਿਧਾ ਦੇ ਵਿੱਚ ਹੀ ਕਹਿੰਦੇ ਇਹ ਫਸੇ ਹੋਏ ਹਨ। ਦੋ ਵਿਧੀਆਂ ਵਾਲਣ ਦਾ ਮਨ ਬਣਿਆ ਫਿਰਦਾ ਹੈ। ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਹੁਣ ਦੇਖੋ ਗੁਰਬਾਣੀ ਵਿੱਚ ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲਦੇ ਨੇ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਤਨੇਮ ਦੀਆਂ ਬਾਣੀਆਂ ਆਪਾਂ ਪੜ੍ਹਦੇ ਹਾਂ। ਕਲਗੀਧਰ ਪਾਤਸ਼ਾਹ ਦੇ ਬਚਨ ਨੇ ਤਵੈ ਪ੍ਰਸਾਦ ਸਪਈਏ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਵੱਡਾ ਰਾਜਾ ਬਣ ਜਾਵੇ, ਐਡਾ ਵੱਡਾ ਰਾਜਾ ਕਿ ਮਨ ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ, ਗੁੰਜਤ ਗੂੜ ਗੁਜਾਨਕ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਕਹਿੰਦੇ ਜੇ ਐਡਾ ਵੱਡਾ ਚੱਕਰਵਰਤੀ ਰਾਜਾ ਬਣ ਜਾਵੇ, ਜਿੱਧਰ ਜਾਵੇ ਲੋਕ ਸਲਾਮਾਂ ਕਰਨ, ਨਗਾਰੇ ਵੱਜਣ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਪਰ ਜੇ ਪਰਮਾਤਮਾ ਦਾ ਨਾਮ ਨਹੀਂ ਹੈ, ਕਹਿੰਦੇ ਫਿਰ ਕਹਿੰਦੇ ਸੱਚ ਜਾਣਿਓ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਹਿੰਦੇ ਜਮਾਂ ਦੇ ਧਾਮ ਹੀ ਪਹੁੰਚਣਾ ਹੈ। ਭਾਵ ਮਨੁੱਖਾ ਜਨਮ ਮਿਲਿਆ, ਉਸ ਮਨੁੱਖਾ ਜਨਮ ਵਿਅਰਥ ਹੀ ਗਵਾ ਲਵੇਗਾ। ਸੋ ਸਤਿਗੁਰੂ ਇੱਥੇ ਸਮਝਾਉਂਦੇ ਨੇ, ਕਹਿੰਦੇ ਭਾਈ ਚਾਹੇ ਵੱਡੇ ਵੱਡੇ ਰਾਜੇ ਮਹਾਰਾਜੇ ਹਨ, ਰਿਆਸਤ ਵਾਲੇ ਹਨ, ਖੋਟੀ ਮੱਤ ਵਾਲੇ ਹੋਣ ਕਰਕੇ ਕਹਿੰਦੇ ਇਸ ਤਰ੍ਹਾਂ ਉਹ ਦੁਬਿਧਾ ਵਿੱਚ ਹੀ ਫਸੇ ਹੋਏ ਹਨ। ਸਤਿਗੁਰ ਦੇ ਲੜ ਨਹੀਂ ਲੱਗਦੇ, ਸਤਿਗੁਰ ਦੀ ਸਿੱਖਿਆ ਅਨੁਸਾਰ ਨਹੀਂ ਜੀ ਆਪਣੇ ਜੀਵਨ ਨੂੰ ਬਤੀਤ ਕਰਦੇ, ਬਿਨ ਸਤਿਗੁਰ ਸੇਵੇ ਗੁਰੂ ਨੂੰ ਚੇਤੇ ਨਹੀਂ ਕਰਦੇ ਹਨ। ਜਿਸ ਕਰਕੇ ਇੱਕ ਪਰਮੇਸ਼ਰ ਵਾਹਿਗੁਰੂ ਦੇ ਨਾਲ ਉਹ ਇੱਕਮਿਕ ਨਹੀਂ ਹੋ ਸਕਦੇ ਹਨ। ਏਕ ਧਿਆਇਨ ਸਦਾ ਸੁਖ ਪਾਇਨ, ਨਿਹਚਲ ਰਾਜ ਤਿਨਾਹੇ। ਹੁਣ ਗੁਰੂ ਸਾਹਿਬਾਨ ਜੀ ਕਹਿੰਦੇ ਕਈ ਮਨੁੱਖਾਂ ਦੀ ਆਦਤ ਇਹੋ ਜਿਹੀ ਹੈ ਕਿ ਪਰਮੇਸ਼ਰ ਨੂੰ ਛੱਡ ਕੇ ਬੰਦਾ ਬੰਦੇ ਦੀ ਸਿਫਤਸਲਾਹ ਕਰਦਾ ਫਿਰਦਾ।
परमेश्वर नूं छड्ड के बंदा दुनियावी बादशाह दुनियावी राजे महाराजियां की वडियाई करता फिरदा है। तो सतगुरु तां कहंदे ने ये भूपत सब दिवस चार के झूठे कर दे बाजा। कहंदे फिर सच जाने जिहड़ा परमात्मा नूं छड्ड के दुनियावी राज की सिफत सलाह करता है वडियाई करता है। देखो राजनीतिक पार्टियां ने मनुख वखरी वखरी पार्टी नाल जुड़िया होया जिथे मनुख का मन लगता है, पर हुंदा की है कि पिंडां दे पिंड मुहल्लियां दे मुहल्ले जिस वखरिया वखरिया पार्टियां नूं मनण वाले जिहड़े नाल जुड़े हुंदे लोक हुंदे हन ते पार्टीबाजी हुंदी है उपर तक, पर आपस विच उन्हां दे झगड़े होण लग पैंदे जी। हालांकि जिहड़े वड्डे राजे ने ना उपर वाले बैठे राजे ने जिन्हां लई तुसीं जिन्हां हमायती बने फिरदे हो वो आपस विच इकट्ठे ने, पार्टियां वक्रियां वक्रियां ने पर अंदरों इकट्ठे ने। ते जनता जिहड़ी आ आपस च लड़दी है, एक दूजे नूं मारन लई तैयार हो जांदे ने। ठीक है, हर एक मनुख का अपना अपना ये मन की इच्छा है जिधर पासे किसी भी पार्टी नाल जुड़ना, पर यह नहीं कि एक दूजे नूं आपां मारन लई तैयार हो जाइए। सब तो बड़ा रिश्ता है इंसानियत का रिश्ता। सानू सतगुरु जी ने यह सिखाया है कि जीवन काल च विचरदियां होयां ए जीव ते इंसानियत का रिश्ता मुख रखना है। इंसानियत की है? लोक भलाई दे काम करने, लोकां दा भला करना। जदों इस तरह के आपां कार्य करांगे फिर सतगुरु महाराज दी खुशियां प्राप्त होणगियां। पर एक राजियां महाराजियां दे मगर ला के एक दूजे नूं मारन लई तैयार हो जाना, कहंदे सत सच जाने फिर उन्हां नूं जिंदगी च सुख नहीं प्राप्त हुंदा है। पर जिहड़े एक परमेश्वर नूं ध्याउंदे ने उन्हां नूं फिर सदीवी काल दा सदा सुख पायन वो सुख प्राप्त कर लैंदे हन। निश्चल राज ते नाहा है, क्योंकि उस परमेश्वर का राज सदीवी है, अचल है, चलाए बाण नहीं है। जिहड़े उस इहो जे राजे महाराजे नाल जुड़दे ने ना, इहो जे राजे महाराजे दे गुणां दा गैन करदे ने, सिफत सलाह करदे हन, उन्हां दा राज भी निश्चल हो जाता है। जब पुरातन हिस्टरी पढ़िए गुरु नानक साहब महाराज तो लैके हुण तक दी, ते सतगुरु महाराज के समय जिहड़ा बादशाह होया समकाली बादशाह ने, आपां हिस्टरी पढ़ांगे पता लग जाएगा। पर बहुत तादाद में बड़ा घट लोगों को पता। जे आप चलो सतगुरु का आप सिख इतिहास तो पढ़ते हैं, आप हिंदुओं की गल करिए, मुसलमानों की गल करिए, ਜਾਂ गुरु साहबान ने जिन्होंने अपने बरोबर का दर्जा देना किया, भगत साहबान जी जिन्होंने अपने नाल सतगुरु ने बिठाया। जे किसी को पूछा जाए कि भगत रविदास जी कौन सी, तो सारे दस देंगे भगत रविदास जी चमियार जाति ने संबंधित होए ने, उन्होंने बंदगी की ते परमात्मा को प्राप्त किया। कबीर जी कौन सी? कबीर जी का नाम बच्चे बच्चे की जबान उत्ते है। नामदेव जी कौन सी? बच्चे बच्चे जबान उत्ते नाम है। पर जिहदे उल्ट पूछ रही है कि रविदास जी के समय राजा बादशाह किहड़ा सी, कबीर जी के समय बादशाह किहड़ा सी, जां नामदेव साहबान के समय बादशाह किहड़ा सी? हुण जिहड़े तां पढ़े लिखे ने वो तो दस देणगे, पर जिन्हां ने पढ़िया नहीं वो किवें दसणगे? उन्हां दा नाम याद नहीं है। कारण की है कि ये झूठे राजे ने जिन्हां ने गुरु सवरे परमात्मा की इबादत की है, बंदगी की है। निश्चल राज तनाहा है, उन्हां दा राज सदीवी हो जाता है, उन्हां दा नाम अमर हो जाता। बच्चे बच्चे की जबान उत्ते उन्हां दा नाम आ जाता। परमेश्वर का राज भी निश्चल है तो उन्हां दी बंदगी करन वालियां दा राज भी सदीवी हो जाता है। आवण जाना रखै न कोई,
ਜੰਮਣ ਮਰਨ ਤਿਸੈ ਤੇ ਹੋਈ। ਸੰਸਾਰ ਵਿੱਚ ਜਦੋਂ ਮਨੁੱਖ ਜੀਵ ਜਨਮ ਲੈ ਕੇ ਆਉਂਦਾ ਏ ਤੇ ਮਰਨਾ ਜ਼ਰੂਰੀ ਹੈ। ਮਰਨਾ ਹਰ ਇੱਕ ਨੇ, ਕੋਈ ਨਹੀਂ ਅੱਜ ਤੱਕ ਰੋਕ ਸਕਿਆ ਕਿ ਮੈਂ ਨਹੀਂ ਮਰਨਾ। ਜਿਹੜਾ ਜੀਵ ਕਹਿੰਦਾ ਮੈਂ ਨਹੀਂ ਮਰਾਂਗਾ, ਅਫਲਾਤੂ ਜੈਸੇ ਜਿਹੜੇ ਬੜੇ ਤੇਜ਼ ਬੁੱਧੀ ਵਾਲੇ ਸਨ ਉਹ ਵੀ ਚਲੇ ਗਏ। ਸਿਕੰਦਰ ਬਾਦਸ਼ਾਹ ਜੈਸਾ ਜਿਹਨੇ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਅਖੀਰ ਤੇ ਜਦੋਂ ਉਹਦਾ ਸਰੀਰ ਢਿੱਲਾ ਹੋਇਆ, ਬਿਮਾਰ ਹੋਇਆ, ਆਪਣੇ ਜਿੰਨੇ ਵੀ ਵਜ਼ੀਰ ਇਤਿਆਦਿਕ ਹਨ, ਅਹਿਲਕਾਰ ਹਨ, ਆਪਣੀਆਂ ਰਾਣੀਆਂ ਨੂੰ ਸਾਹਮਣੇ ਬਿਠਾ ਲਿਆ ਤੇ ਸਾਰਿਆਂ ਨੂੰ ਕਹਿਣ ਲੱਗਿਆ, ਦੇਖੋ ਹੁਣ ਮੈਂ ਆਪਣੇ ਸਰੀਰ ਨੂੰ ਤਿਆਗਣਾ ਹੈ, ਪਰ ਮੇਰਾ ਇੱਕ ਕੰਮ ਕਰਨਾ, ਤੁਸੀਂ ਮੇਰਾ ਹੁਕਮ ਦੀ ਪਾਲਣਾ ਅੱਜ ਤੱਕ ਕੀਤੀ ਹੈ, ਤੁਸੀਂ ਮੇਰਾ ਸਾਥ ਨਿਭਾਇਆ, ਫਿਰ ਮੈਂ ਐਡਾ ਵੱਡਾ ਬਾਦਸ਼ਾਹ ਬਣਿਆ। ਪਰ ਐਡਾ ਵੱਡਾ ਬਾਦਸ਼ਾਹ ਬਣਨ ਦੇ ਬਾਵਜੂਦ ਵੀ ਮੈਂ ਆਪਣੇ ਨਾਲ ਕੁਝ ਨਹੀਂ ਲਿਜਾ ਰਿਹਾ ਹਾਂ, ਮੈਂ ਖਾਲੀ ਜਾ ਰਿਹਾ ਹਾਂ। ਕਹਿਣ ਲੱਗਿਆ ਇੱਕ ਕੰਮ ਕਰਨਾ, ਜਦੋਂ ਮੇਰਾ ਜਨਾਜ਼ਾ ਕੱਢਣਾ ਹੈ, ਮਜਲਿਸ ਜਾਵੇਗਾ ਜਨਾਜ਼ਾ ਲੈ ਕੇ, ਕਹਿੰਦੇ ਉਦੋਂ ਮੇਰੇ ਦੋਨੋਂ ਹੱਥ ਬਾਹਰ ਕੱਢ ਦਿਓ। ਕਹਿਣ ਲੱਗੇ ਬਾਦਸ਼ਾਹ ਇਹ ਕਿਵੇਂ? ਜਦੋਂ ਕਿਸੇ ਸਰੀਰ ਨੂੰ ਸ਼ਮਸ਼ਾਨ ਭੂਮੀ ਜਾਂ ਕਬਰਸਤਾਨ 'ਤੇ ਲੈ ਕੇ ਜਾਈਏ, ਚੰਗੀ ਤਰ੍ਹਾਂ ਬਸਤਰ ਨਾਲ ਢੱਕਿਆ ਜਾਂਦਾ, ਕਜਿਆ ਜਾਂਦਾ ਹੈ, ਤੇ ਤੁਹਾਡੇ ਹੱਥ ਬਾਹਰ ਕਿਉਂ ਕੱਢਣੇ ਨੇ? ਕਾਰਨ ਕੀ ਹੈ? ਤੇ ਸਿਕੰਦਰ ਬਾਦਸ਼ਾਹ ਕਹਿਣ ਲੱਗਿਆ ਕਿ ਦੁਨੀਆ ਦੇ ਲੋਕਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਐਡਾ ਵੱਡਾ ਸਿਕੰਦਰ ਬਾਦਸ਼ਾਹ ਜਿਹਨੇ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕੀਤੀ, ਲੋਕਾਂ ਨੇ ਸਲਾਮਾਂ ਕੀਤੀਆਂ, ਅੰਤ ਵੇਲੇ ਸੰਸਾਰ 'ਚੋਂ ਖਾਲੀ ਹੱਥੀ ਗਿਆ ਏ, ਆਪਣੇ ਨਾਲ ਕੁਝ ਵੀ ਨਾਲ ਲੈ ਕੇ ਨਹੀਂ ਗਿਆ। ਸੋ ਗੁਰੂ ਸਵਾਰੇ ਕਹਿਣ ਦਾ ਭਾਵ ਹੈ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਸੰਸਾਰ 'ਚ ਹੋਏ, ਜਿਹੜਾ ਜਨਮ ਲੈ ਕੇ ਆ ਗਿਆ ਉਹਨੇ ਇੱਕ ਦਿਨ ਖਤਮ ਹੋਣਾ ਹੀ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਹੁਣ ਸਿਕੰਦਰ ਬਾਦਸ਼ਾਹ ਸਾਰੇ ਸੰਸਾਰ ਉੱਤੇ ਹੁਕਮ ਚੱਲਦਾ ਸੀ, ਜਿਹਦੇ 'ਚ ਤਾਕਤ ਹੁੰਦੀ ਤੇ ਉਹ ਮੌਤ ਨੂੰ ਰੋਕ ਸਕਦਾ ਸੀ, ਪਰ ਨਹੀਂ ਰੋਕ ਸਕੇ। ਮੌਤ ਉਹਦੇ ਵੱਸ ਦੀ ਗੱਲ ਨਹੀਂ ਹੈ। ਇਹ ਮੌਤ ਜਿਹੜੀ ਹੈ ਪਰਮਾਤਮਾ ਦੇ ਹੱਥ ਵਿੱਚ ਜਨਮ ਦੇਣਾ ਹੈ ਤੇ ਪਰਮਾਤਮਾ ਦੇ ਹੱਥ ਵਿੱਚ ਹੀ ਮਾਰਨਾ ਹੈ। ਉਹੀ ਮਾਰਨ ਵਾਲਾ, ਉਹੀ ਜਵਾਲਣ ਵਾਲਾ ਹੈ, ਇਹਦੇ ਉੱਤੇ ਕੋਈ ਨਹੀਂ ਰੋਕ ਸਕਦਾ ਹੈ। ਜੰਮਣ ਮਰਨ ਤਿਸੈ ਤੇ ਹੋਈ, ਉਸੇ ਮਾਲਕ ਤੋਂ ਹੀ ਸਾਡਾ ਜੰਮਣਾ ਮਰਨਾ ਹੁੰਦਾ ਹੈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹੇ। ਜਿਹੜੇ ਗੁਰਮੁਖ ਜਨ ਹਨ, ਗੁਰੂ ਦੇ ਸਨਮੁਖ ਲੱਗੇ ਹੋ ਜੁੜੇ ਨੇ, ਜਿਹੜੇ ਗੁਰੂ ਸਨਮੁਖ ਰਹਿਣ ਵਾਲੇ ਨੇ, ਕਹਿੰਦੇ ਉਹ ਸੱਚੇ ਪਰਮੇਸ਼ਰ ਨੂੰ ਸਦੀਵੀ ਕਾਲ ਲਈ ਧਿਆਉਂਦੇ ਹਨ। ਉਹ ਕਦੇ ਵੀ ਆਪਣੇ ਸਮੇਂ ਨੂੰ ਅਜਾਈ ਨਹੀਂ ਜਾਣ ਦਿੰਦੇ ਹਨ। ਤੇ ਸਤਿਗੁਰੂ ਕਹਿੰਦੇ ਨਾਮ ਜਪਣ ਦੇ ਨਾਲ ਬੰਦਗੀ ਕਰਨਾ ਫਿਰ ਹੁੰਦਾ ਕੀ ਹੈ? ਗਤ ਮੁਕਤ ਤਿਸੈ ਤੇ ਪਾਹੇ। ਫਿਰ ਉਹ ਜੀਵ ਜਿਹੜਾ ਹੈ ਮੁਕਤ ਹੋ ਜਾਂਦਾ, ਜੰਮਣ ਮਰਨ ਦੇ ਬੰਧਨਾਂ ਤੋਂ ਮੁਕਤ ਹੁੰਦਾ, ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ, ਤੇ ਪਰਮੇਸ਼ਰ ਪਾਸੋਂ ਨਾਮ ਜਪ ਕੇ ਗੁਰੂ ਪਾਸੋਂ ਕਹਿੰਦੇ ਫਿਰ ਉਹ ਗਤ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਉਹ ਜੀਵ ਸਦੀਵੀ ਕਾਲੀ ਅਮਰ ਹੋ ਜਾਂਦਾ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 4 ਬੰਦਾਂ ਦੀ ਵਿਚਾਰ ਪਾਤਸ਼ਾਹ ਨੇ ਕਰਵਾਈ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।